ਦੋਸਤੋ ਅਮਰੀਕਾ ਦਾ ਸਭ ਤੋਂ ਬੈਸਟ ਵੀਜ਼ਾ ਜਿਹਦੇ ਵਾਸਤੇ ਨਾ ਤੁਹਾਨੂੰ ਇੰਪਲੋਇਡ ਚਾਹੀਦਾ, ਨਾ ਤੁਹਾਨੂੰ ਲੇਬਰ ਸਰਟੀਫਿਕੇਟ ਚਾਹੀਦਾ, ਨਾ ਤੁਹਾਨੂੰ ਜੌਬ ਆਫਰ ਚਾਹੀਦੀ ਹੈ, ਡਾਇਰੈਕਟ ਗ੍ਰੀਨ ਕਾਰਡ ਵਿਦ ਫੈਮਿਲੀ। ਉਹ ਵੀਜ਼ਾ ਕਿਹੜਾ ਹੈ, ਕੀ ਕਾਬਲੀਅਤ ਚਾਹੀਦੀ ਹੈ ਔਰ ਉਸ ਵੀਜ਼ੇ ਦੇ ਮੁਤਲਕ ਕੁਝ ਕਨਫਿਊਜ਼ਨਸ ਨੇ, ਉਹ ਮੈਂ ਅੱਜ ਦੂਰ ਕਰਨੀਆਂ ਨੇ ਇਸ ਵੀਡੀਓ ਦੇ ਵਿੱਚ। ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਯਾਨੀ ਫਾਲੋ ਕਰ ਲਓ, ਇਹ ਪੰਜਾਬੀ ਚੈਨਲ ਹੈ ਔਰ ਕੋਈ ਨਾ ਕੋਈ ਕਮੈਂਟਸ ਸ਼ੇਅਰ ਜ਼ਰੂਰ ਕਰ ਦਿਆ ਕਰੋ। ਆਨੇ ਆਪਣੇ ਮੌਜੂ ਵੱਲ। ਬੈਸਟ ਵੀਜ਼ਾ ਜਿਹਦੇ ਤੇ ਤੁਹਾਨੂੰ ਘਰੋਂ ਹੀ ਗ੍ਰੀਨ ਕਾਰਡ ਲੈ ਕੇ ਭੇਜਦੇ ਨੇ, ਕੋਈ ਆ ਕੇ ਇੱਥੇ ਗ੍ਰੀਨ ਕਾਰਡ ਨਹੀਂ ਅਪਲਾਈ ਕਰਨਾ, ਆਪਣੇ ਮੁਲਕ ਚੋਂ ਗ੍ਰੀਨ ਕਾਰਡ ਲੈ ਕੇ ਆਣਾ ਹੈ। ਉਸ ਵੀਜ਼ੇ ਦਾ ਨਾਂ ਹੈ EB2 NIW। EB2 ਇਹਦੀ ਕਿਸਮ ਹੈ, NIW ਇਹਦਾ ਨਾਂ ਹੈ। ਹੁਣ NIW ਦਾ ਕੀ ਮਤਲਬ ਹੈ? ਨੈਸ਼ਨਲ ਇੰਟਰਸਟ ਵੇਵਰ, ਕਿ ਕੌਮੀ ਮਫਾਦ ਵਾਸਤੇ, ਯਾਨੀ ਕਿ ਅਮਰੀਕਾ ਨੇ ਆਪਣੇ ਮਫਾਦ ਵਾਸਤੇ ਵੇਵਰ ਦੇਤੀ ਹੈ, ਛੂਟ ਦੇਤੀ ਹੈ। ਨਹੀਂ, ਸਾਨੂੰ ਕੁਝ ਨਹੀਂ ਚਾਹੀਦਾ, ਸਾਨੂੰ ਨਹੀਂ ਚਾਹੀਦਾ ਕਿ ਤੈਨੂੰ ਨੌਕਰੀ ਇੱਥੇ ਮਿਲੇ, ਸਾਨੂੰ ਨਹੀਂ ਚਾਹੀਦਾ ਕਿ ਤੂੰ ਉੱਥੇ ਲੇਬਰ ਸਰਟੀਫਿਕੇਟ ਲੈ, ਤੂੰ ਵੇਟ ਕਰ, ਕੁਝ ਨਹੀਂ, ਸਾਨੂੰ ਕੁਝ ਨਹੀਂ ਚਾਹੀਦਾ। ਤੂੰ ਸਿਰਫ ਆਪਣੀ ਕਾਬਲੀਅਤ ਦਿਖਾ ਸਾਨੂੰ ਤੇ ਅਸੀਂ ਤੈਨੂੰ ਸਿੱਧਾ ਹੀ ਗ੍ਰੀਨ ਕਾਰਡ ਦਿੰਦੇ ਹਾਂ। ਹੁਣ ਕਾਬਲੀਅਤ ਕੀ ਹੈ? ਕਾਬਲੀਅਤ ਵੀ ਉਹਨੇ ਨਾਲ ਪੂਰੀ ਸਿਸਟਮ ਵੀ ਉਹਨੇ ਬਣਾ ਕੇ ਦੱਸਿਆ, ਸ਼ੋਭਾ ਨਹੀਂ ਦੱਸਿਆ। ਉਹਨੇ ਕਿਹਾ ਤੂੰ ਡਾਕਟਰ ਹੈ ਆ ਜਾ, ਤੂੰ ਇੰਜੀਨੀਅਰ ਹੈ ਆ ਜਾ, ਤੂੰ ਸਾਇੰਸਦਾਨ ਹੈ ਆ ਜਾ, ਤੂੰ ਪ੍ਰੋਫੈਸਰ ਹੈ ਆ ਜਾ, ਤੂੰ ਹੈਲਥ ਕੇਅਰ ਦਾ ਬੰਦਾ ਆ ਜਾ, ਤੂੰ ਬਿਜ਼ਨਸਮੈਨ ਹੈ ਆ ਜਾ, ਤੂੰ MBA ਕੀਤਾ ਆ ਜਾ, ਕੁਝ ਵੀ ਕੀਤਾ ਤੂੰ ਆ ਜਾ। ਲੇਕਿਨ ਤੇਰੇ ਅੰਦਰ ਖਸੂਸੀਅਤ ਕੀ ਹੋਣੀ ਚਾਹੀਦੀ ਹੈ ਕਿ ਤੂੰ ਦੂਜਿਆਂ ਤੋਂ ਨਮਾਇਆ ਹੋਵੇਂ, ਮੁਨਫਰਦ ਹੋਵੇਂ, ਯੂਨੀਕ ਹੋਵੇਂ। ਇਹੋ ਜਿਹਾ ਕੰਮ ਤੂੰ ਕੀਤਾ ਹੋਵੇ ਕਿ ਤੂੰ ਖਲੋਤਾ ਲਹਿਦਾ ਲੱਗੇ। ਆਸਾਨ ਲਫ਼ਜ਼ਾਂ, ਸਾਦਾ ਲਫ਼ਜ਼ਾਂ ਸਮਝਾ ਰਿਹਾ। ਤਾਲੀਮ ਜਿਹੜੀ ਹੈ ਉਹ ਕਮ ਅਜ਼ ਕਮ ਗ੍ਰੈਜੂਏਸ਼ਨ ਹੈ। ਇਹ ਨਹੀਂ ਕਿ ਹੁਣ ਗ੍ਰੈਜੂਏਟਰ ਨੂੰ ਮਿਲਦਾ ਨਹੀਂ ਤੇ ਸਿਰਫ PhD ਵਾਲੇ ਨੂੰ ਮਿਲਦਾ ਜਾਂ ਮਾਸਟਰ ਨੂੰ ਮਿਲਦਾ। ਅਗਰ ਗ੍ਰੈਜੂਏਟ ਬੰਦਾ ਵੀ ਐਕਸਟਰਾਆਰਡਨਰੀ ਕੰਮ ਕਰ ਗਿਆ ਆਪਣੀ ਫੀਲਡ ਦੇ ਵਿੱਚ ਤੇ ਸਮਝੋ NIW ਮਿਲ ਗਿਆ ਉਹਨੂੰ। ਬਹੁਤ ਵੱਡੀ ਮਿਸਕਨਸੈਪਸ਼ਨ ਹੈ ਕਿ ਜੀ ਸਿਰਫ PhD ਨੂੰ ਦਿੰਦੇ ਨੇ, PhD ਵਾਲਿਆਂ ਦੇ ਵੀ ਰਿਜੈਕਟ ਹੁੰਦੇ ਨੇ। ਐਸੀ ਕੋਈ ਗੱਲ ਨਹੀਂ ਗੀ। ਮਸਲਾ ਕਿਹੜਾ, ਕ੍ਰਾਈਟੇਰੀਆ ਜਿਹੜਾ ਉਹ ਉਹਨੇ ਇੱਕ ਦੱਸਦਾ ਤੁਹਾਨੂੰ। ਤੁਸੀਂ ਸਾਇੰਸਦਾਨ ਹੋ, ਦੇਖੋ ਹੁਣ ਇਹਦੇ 'ਚ ਕਨਫਿਊਜ਼ਨ ਪਹਿਲੇ ਮੈਂ ਤੁਹਾਨੂੰ ਸਮਝਾਦਾ। ਕਨਫਿਊਜ਼ਨ ਇਹ ਹੈ ਕਿ ਅਕਸਰ ਲੋਕ ਇਹ ਮੇਰੇ ਨਾਲ ਗੱਲ ਕਰਦੇ ਨੇ ਕਿ ਜੀ ਸਾਡੀ ਤਾਲੀਮ ਵੀ ਬੜੀ ਅੱਛੀ ਹੈ ਔਰ ਦੂਜੀ ਗੱਲ ਹੈ ਸਾਡੇ ਕੋਲ ਤਜਰਬਾ ਬੜਾ, 15 ਸਾਲ 18 ਸਾਲ 20 ਸਾਲ, ਤੇ NIW ਲੱਗ ਜਾਏਗਾ ਜਾਂ NIW ਲੱਗ ਨਹੀਂ ਰਿਹਾ, ਰਿਫਿਊਜ਼ ਹੋ ਗਿਆ, ਕੀ ਵਜ੍ਹਾ ਹੈ? ਦੇਖੋ ਉਹ ਤੁਹਾਨੂੰ ਕਹਿੰਦਾ ਕਿ ਤੇਰੀ ਤਾਲੀਮ ਬੇਸਿਕ ਰਿਕੁਆਇਰਮੈਂਟ ਹੈ, ਤਜਰਬਾ ਬੇਸਿਕ ਰਿਕੁਆਇਰਮੈਂਟ ਹੈ, ਇਹ ਤੇ ਮੈਨੂੰ ਚਾਹੀਦਾ ਹੀ ਚਾਹੀਦਾ ਹੈ, ਇਹਦੇ ਬਗੈਰ ਤੇ ਤੂੰ ਅਪਲਾਈ ਨਹੀਂ ਕਰ ਸਕਦਾ। ਲੇਕਿਨ ਜੇ ਤੂੰ ਖੜਾ ਅਲੱਗਾ ਨਜ਼ਰ ਨਹੀਂ ਆਉਂਦਾ ਦੁਨੀਆ ਤੋਂ, ਫਿਰ ਤੂੰ ਮੈਨੂੰ ਨਹੀਂ ਚਾਹੀਦਾ। ਵਜ੍ਹਾ ਕੀ ਹੈ? ਉਹ ਬੈਸਟ ਬ੍ਰੇਨ ਲੈ ਕੇ ਆ ਰਿਹਾ ਹੈ, ਬੈਸਟ ਜ਼ਹੀਨ ਲੋਕ, ਜਿਹੜੇ ਸਭ ਤੋਂ ਜ਼ਹੀਨ ਲੋਕ ਨੇ। ਉਹ ਜ਼ਹੀਨ ਲੋਕ ਕਿਸ ਨਾਲ ਨੇ? ਉਹ ਜ਼ਹੀਨ ਹੈ ਤਾਂ ਨਹੀਂ ਮੈਂ ਜਾ ਕੇ ਜੀ ਮੈਂ ਸਭ ਤੋਂ ਜ਼ਹੀਨ ਹਾਂ ਮੈਨੂੰ ਲੈ ਲਓ, ਨਾ। ਮੇਰਾ ਕੰਮ ਦੱਸੇਗਾ, ਮੇਰਾ ਕੰਮ ਕਿ ਮੈਂ ਆਪਣੇ ਸ਼ੋਬੇ ਦੇ ਵਿੱਚ ਕੀ ਕੰਮ ਕੀਤਾ, ਉਹ ਕੰਮ ਫੈਸਲਾ ਕਰੇਗਾ ਕਿ ਮੈਂ ਜ਼ਹੀਨ ਹਾਂ, ਮੇਰਾ ਐਸਾ ਦਿਮਾਗ ਹੈ, ਮੇਰਾ ਐਸਾ ਕੰਮ ਹੈ, ਮੇਰੀ ਐਸੀ ਕਾਬਲੀਅਤ ਹੈ ਕਿ ਅਮਰੀਕਾ ਮੈਨੂੰ ਬਗੈਰ ਕਿਸੇ ਗੱਲ ਤੋਂ ਗ੍ਰੀਨ ਕਾਰਡ ਦੇਵੇ ਤੇ ਨਾਲ ਮੇਰੀ ਫੈਮਿਲੀ ਨੂੰ ਵੀ ਗ੍ਰੀਨ ਕਾਰਡ ਦੇਵੇ। ਇਹ ਉਹਦਾ ਮੇਨ, ਉਹਦਾ ਟੌਪਿਕ ਇਹ ਵੇ। ਹੁਣ ਤੁਸੀਂ ਉਹਦੇ ਵਿੱਚ ਦੇਖੋ ਕਿ ਤੁਸੀਂ ਤਾਲੀਮ ਤੁਹਾਡੇ ਕੋਲ ਹੈਗੀ ਹੈ, ਸਭ ਕੁਛ ਹੈ, ਤੁਸੀਂ ਕੋਈ ਕਿਤਾਬ ਲਿਖੀ ਹੈ, ਅਗਰ PhD ਕੀਤੀ, ਪਬਲੀਕੇਸ਼ਨਸ ਕੀਤੀਆਂ ਨੇ, ਕੋਈ ਥੀਸਿਸ ਲਿਖੇ ਨੇ, ਕੋਈ ਅਵਾਰਡ ਮਿਲੇ ਨੇ, ਕੋਈ ਮੁਲਕ ਤੋਂ ਬਾਹਰ ਕਿਸੇ ਕਾਨਫਰੰਸ 'ਚ ਗਏ ਹੋ, ਮੁਲਕ ਦੇ ਅੰਦਰ ਕੋਈ ਕਾਨਫਰੰਸ 'ਚ ਗਏ ਹੋ, ਤੁਹਾਡੇ ਸ਼ੋਬੇ 'ਚ ਤੁਹਾਨੂੰ ਕਿਸੇ ਅਵਾਰਡ ਤੋਂ ਦਿੱਤਾ ਗਿਆ ਹੋਵੇ, ਸਰਕਾਰੀ ਤੌਰ 'ਤੇ, ਗੈਰ ਸਰਕਾਰੀ ਤੌਰ 'ਤੇ, ਤੁਸੀਂ ਕੋਈ ਰਿਸਰਚ ਦਾ ਕੰਮ ਐਸਾ ਕੀਤਾ ਹੋਵੇ ਜਿਹਦੀ ਬੜੀ ਤੁਹਾਨੂੰ ਮਤਲਬ ਕਿ ਐਕਸਟਰਾਆਰਡਨਰੀ ਤੁਸੀਂ ਕੰਮ ਕੀਤਾ ਹੋਵੇ, ਤੁਸੀਂ ਪੜ੍ਹਾਈ ਦੇ ਵਿੱਚ ਕੋਈ ਐਕਸਟਰਾਆਰਡਨਰੀ ਕੰਮ ਕੀਤਾ ਹੋਵੇ, ਤੁਸੀਂ ਸਾਇੰਸ ਦੇ ਸ਼ੋਬੇ 'ਚ, ਫਿਜ਼ਿਕਸ ਦੇ ਵਿੱਚ, ਕਾਨੂੰਨ ਦੇ ਸ਼ੋਬੇ 'ਚ, ਕੋਈ ਵੀ ਕੰਮ ਤੁਸੀਂ ਜਿਹੜੇ ਵੀ ਸ਼ੋਬੇ 'ਤੇ ਤੁਸੀਂ ਹੈਗੇ ਹੋ, ਤੁਸੀਂ ਕੋਈ ਐਸਾ ਕੰਮ ਕੀਤਾ ਹੋਇਆ ਜਿਹੜਾ ਤੁਹਾਨੂੰ ਅੱਲਾ ਦਾ ਖੜਾ ਕਰ ਦੇਵੇ, ਤੁਹਾਨੂੰ ਕਹੇ ਕਿ ਹਾਂ ਬਈ ਇਹ ਬੰਦਾ ਹੈਗਾ ਜਿਹੜਾ ਸਾਨੂੰ ਚਾਹੀਦਾ। ਉਹਦੇ ਵਿੱਚ ਦੇਖੋ ਤਾਲੀਮ ਔਰ ਤਜਰਬਾ, ਬੇਸਿਕ ਨੈਸੈਸਿਟੀਜ਼, ਮੇਨ ਚੀਜ਼ ਨਮਾਇਆ। ਲਫ਼ਜ਼ ਨਮਾਇਆ ਮੈਂ ਬੋਲ ਰਿਹਾ। ਨਮਾਇਆ ਕੀ ਹੈ ਕਿ ਤੁਹਾਨੂੰ ਅਲੱਗਾ ਤੁਸੀਂ ਨਜ਼ਰ ਆਓ। ਉਹ ਤੁਸੀਂ ਅਗਰ ਉਹਨੂੰ ਸਾਬਤ ਕਰ ਦਿਓ ਤੇ ਉਹ ਤੁਹਾਨੂੰ ਇੱਥੇ ਲਏਗਾ, ਕਿਉਂਕਿ ਉਹ ਦੇਖੋ ਕੀ ਕਹਿ ਰਿਹਾ। ਉਹ ਕਹਿੰਦਾ ਹੈ ਕਿ ਮੈਂ ਤੇ ਦੇ ਰਿਹਾ ਵਾਂ ਤੁਹਾਨੂੰ ਆਪਣਾ ਵਰਕ ਵੀਜ਼ੇ ਤੇ ਬੇਤਾਸ਼ਾ ਮੈਂ ਦੇ ਰਿਹਾ ਵਾਂ, EB3 ਦੇ ਰਿਹਾ ਵਾਂ, ਸਕਿਲਡ ਦੇ ਰਿਹਾ, ਅਨਸਕਿਲਡ ਦੇ ਰਿਹਾ, ਸਾਰਿਆਂ ਵਾਸਤੇ ਰਿਕੁਆਇਰਮੈਂਟ ਨੇ, ਟਾਈਮ ਵੀ ਲੱਗਣਾ। ਤੁਹਾਡੇ ਵਾਸਤੇ ਤਾਂ ਰਿਕੁਆਇਰਮੈਂਟ ਹੀ ਕੋਈ ਨਹੀਂ। ਤੁਹਾਨੂੰ ਤਾਂ ਮੈਂ ਕਹਿੰਦਾ ਵਾ ਸਿਰਫ ਕਾਬਲੀਅਤ ਦਿਖਾ ਤੇ ਆ ਜਾ, ਤਾਲੀਮ ਤੇ ਕਾਬਲੀਅਤ, ਦੈਟਸ ਇਟ। ਹੁਣ ਯਾਦ ਰੱਖੋ, ਬੜਾ ਆਸਾਨ ਤਰੀਕਾ ਹੈ। ਤੁਸੀਂ ਪਟੀਸ਼ਨ ਦਾਇਰ ਕਰਨੀ ਹੈ ਅਗਰ ਤੁਸੀਂ ਸਮਝਦੇ ਹੋ ਕਿ ਤੁਹਾਡਾ ਪ੍ਰੋਫਾਈਲ ਇਹਦੇ ਮੁਤਾਬਕ ਹੈ, ਜਿਹੜੀਆਂ ਗੱਲਾਂ ਮੈਂ ਤੁਹਾਨੂੰ ਕੀਤੀਆਂ, ਮੈਂ ਸਾਦਾ ਲਫ਼ਜ਼ਾਂ 'ਚ ਗੱਲਾਂ ਕੀਤੀਆਂ ਤਾਂ ਕਿ ਸਮਝ ਆ ਜਾਏ। ਬਹੁਤ ਸਾਰੇ ਲੋਕ ਨਾ ਸਿਰਫ ਤਾਲੀਮ ਔਰ ਤਜਰਬੇ ਦੀ ਬੁਨਿਆਦ ਤੇ ਪੈਸੇ ਜ਼ਾਇਆ ਕਰ ਲੈਂਦੇ ਨੇ। ਅਗਰ ਐਵੇਂ ਤੁਸੀਂ ਆਪਣਾ ਪ੍ਰੋਫਾਈਲ ਮੇਰੇ ਨਾਲ ਸ਼ੇਅਰ ਕਰ ਦਿਓ, ਮੈਂ ਤੁਹਾਨੂੰ ਦੱਸ ਦਾਂਗਾ, ਨਹੀਂ ਤਾਂ ਤੁਸੀਂ ਆਪਣੇ ਆਪ ਨੂੰ ਖੁਦ ਇਹਦੇ ਵਿੱਚ ਕਰੋ ਔਰ ਫਾਰਮ ਖੁਦ ਫਿਲ ਕਰੋ। ਬਹੁਤ ਸਾਰੇ ਲੋਕ ਪੁੱਛਦੇ ਨੇ ਜੀ ਅਸੀਂ ਆਪ ਕਰੀਏ। ਤੁਸੀਂ NIW ਵਾਸਤੇ ਜਾ ਰਹੇ ਹੋ, ਨੈਸ਼ਨਲ ਇੰਟਰਸਟ ਵੇਵਰ ਦਾ ਵੀਜ਼ਾ, ਡਾਇਰੈਕਟ ਗ੍ਰੀਨ ਕਾਰਡ, ਬੈਸਟ ਮਾਈਂਡ ਹੋ, ਬਿਹਤਰੀਨ ਬ੍ਰੇਨ ਹੋ, ਤੇ ਤੁਸੀਂ ਆਪ ਹੀ ਕਰਨਾ ਹੈ। ਇਹ ਤਾਂ ਮਤਲਬ ਜਿਹਨੇ ਕਰਕੇ ਦੇਣਾ ਉਹ ਤੁਹਾਡੇ ਤੋਂ ਕਾਬਲ ਨਹੀਂ ਹੈਗਾ, ਤੁਸੀਂ ਉਸ ਤੋਂ ਜ਼ਿਆਦਾ ਕਾਬਲ ਹੋ, ਤੇ ਤਾਂ ਤੁਹਾਨੂੰ ਇੰਨਾ ਵੱਡਾ ਵੀਜ਼ਾ ਮਿਲਦਾ ਪਿਆ ਨਾ। ਜਾਂ ਤੁਸੀਂ ਅਪਲਾਈ ਕਰਨ ਜਾ ਰਹੇ ਹੋ ਜਾਂ ਆਪਣੇ ਆਪ ਨੂੰ ਸਮਝਦੇ ਹੋ ਕਿ ਮੈਨੂੰ ਮਿਲਣਾ ਚਾਹੀਦਾ, ਤੇ ਫਾਰਮ ਆਪ ਫਿਲ ਕਰੋ ਤਾਂ ਕਿ ਤੁਹਾਨੂੰ ਸਾਰੀ ਚੀਜ਼ ਦੀ ਸਮਝ ਹੋਏ ਕਿ ਕੀ ਮੈਂ ਲਿਖ ਰਿਹਾ, ਕੀ ਕਰ ਰਿਹਾ ਵਾਂ।
ਆਪਣੇ ਡਾਕੂਮੈਂਟਸ ਲਾਓ, ਆਪਣਾ ਪ੍ਰੋਫਾਈਲ ਲਾਓ। $700 ਦੇ ਕਰੀਬ ਟਿਕਟ ਆਪਣੀ ਫੀਸ ਹੈ। ਯਾਦ ਰੱਖੋ, ਚਾਂਸ ਲਵੋ। ਕੁਝ ਲੋਕ ਐਸੇ ਨੇ ਜਿਹੜੇ ਮੈਨੂੰ ਆਪਣੇ ਪ੍ਰੋਫਾਈਲ ਭੇਜਦੇ ਨੇ ਔਰ ਉਹਨਾਂ ਦੇ ਪ੍ਰੋਫਾਈਲ ਬੈਸਟ ਹੁੰਦੇ ਨੇ। ਕੋਈ 19-20 ਦਾ ਫਰਕ ਹੁੰਦਾ, ਮੈਨੂੰ ਦੱਸਣਾ ਯਾਰ ਹੈ ਤੂੰ ਚਾਂਸ ਲੈ, $700 ਕੋਈ ਮਸਲਾ ਨਹੀਂ, ਲਓ ਚਾਂਸ। ਇਹ ਇੱਕ ਲਾਈਫ ਚੇਂਜ ਚਾਂਸ ਹੈ ਨਾ। ਗ੍ਰੀਨ ਕਾਰਡ ਇਸੇ ਤੱਕ ਕਿਸੇ ਦੀ ਤਰਲੇ ਮਿੰਤਾ ਨਹੀਂਗਾ, ਆਪਣੇ ਬਲਬੋਤੇ ਤੇ ਜਾਣਾ ਹੈ। ਇਹ ਜਿਹੜੀ ਮੁਹਤਾਜੀ ਹੈ ਨਾ, ਮੁਹਤਾਜੀ ਉਹ ਤੋਂ ਤੁਸੀਂ ਬਚਣਾ ਹੈ। ਮੁਹਤਾਜੀ ਪਹਿਲੇ ਨੌਕਰੀ ਲੱਭਣਾ। ਹੋਰ ਦੂਸਰੀ ਗੱਲ, ਇਹ ਵੀਜ਼ਾ ਉਹ ਲੋਕਾਂ ਵਾਸਤੇ ਤੇ ਸਭ ਤੋਂ ਬੈਸਟ ਹੈ ਜਿਨ੍ਹਾਂ ਦੀ ਕੋਈ ਫੈਮਿਲੀ ਨਹੀਂ ਹੈਗੀ, ਜਿਹਨਾਂ ਨੂੰ ਫੈਮਿਲੀ ਸਪਾਂਸਰ ਕਰਨ ਵਾਲਾ ਕੋਈ ਨਹੀਂ ਹੈਗਾ। ਉਹਨਾਂ ਵਾਸਤੇ ਤਾਂ ਬਹੁਤ ਅੱਛਾ ਹੈ। ਤੁਸੀਂ ਆਪਣਾ ਪ੍ਰੋਫਾਈਲ ਜਿਹੜਾ ਉਹ ਲਾਓ, ਉਹ ਦੇਖੋ, ਮੇਰੇ ਨਾਲ ਸ਼ੇਅਰ ਕਰੋ। ਜਿੱਦੀ ਮੈਨੂੰ ਸਮਝ ਲੱਗ ਜਾਂਦੀ ਹੈ ਨਾ, ਮੈਂ ਵਾਜ਼ੇ ਲਫ਼ਜ਼, ਕਿਉਂਕਿ ਮੈਂ ਕਿਹੜੇ ਪੈਸੇ ਲੈਣੇ ਨੇ, ਮੈਂ ਤੁਹਾਨੂੰ ਦੱਸ ਦੇਣਾ ਕਿ ਨਹੀਂ ਯਾਰ, ਨਾ ਤੂੰ ਇਹ ਕੰਮ ਨਾ ਕਰੀ। ਅਗਰ ਇਹ ਕੰਮ ਕਰਨਾ ਤੇ ਇਹਦੇ ਵਾਸਤੇ ਮੇਰਾ ਭਰਾ ਜਾਂ ਮੇਰੀ ਭੈਣ, ਤੁਸੀਂ ਕੁਛ ਇਹ ਕਰੋ, ਇਹ ਕਰੋ, ਇਹ ਕਰੋ। ਤੁਸੀਂ ਆਪਣੇ ਪੈਸੇ ਜ਼ਾਇਆ ਨਾ ਕਰਨਾ। ਮੈਂ ਤਾਂ ਸਿੱਧੀ ਗੱਲ ਕਰ ਦੇਣਾ, ਜਿਹਦਾ ਨਹੀਂ ਹੁੰਦਾ, ਜਿਹਦਾ ਹੋਣ ਵਾਲਾ ਹੁੰਦਾ, ਉਹਨੂੰ ਮੈਂ ਕਹਿ ਦੇਣਾ ਨਹੀਂ ਯਾਰ ਤੂੰ ਕਰ, ਤੂੰ ਲਾਜ਼ਮੀ ਚਾਂਸ ਲੈ। ਤੇ ਤੁਸੀਂ ਆਪਣਾ ਪ੍ਰੋਫਾਈਲ ਤਿਆਰ ਕਰੋ, ਆਪਣੇ ਆਪ ਨੂੰ ਇਸ ਸਾਰੇ ਸਿਸਟਮ ਦੇ ਵਿੱਚ ਦੇਖੋ, ਜਿਹੜੀਆਂ ਗੱਲਾਂ ਮੈਂ ਕੀਤੀਆਂ ਨੇ, ਔਰ ਇਹਨੂੰ ਅਪਲਾਈ ਕਰੋ। ਕਿੰਨਾ ਟਾਈਮ ਲੱਗੇਗਾ ਇਹ ਨਾ ਮੇਰੇ ਕੋਲ ਪੁੱਛਣਾ, ਕਿਉਂਕਿ ਇਸ ਟਾਈਮ ਸਭ ਤੋਂ ਵੱਡਾ ਸਵਾਲ ਹੀ ਦੁਨੀਆ 'ਚ ਹੈ ਕਿ ਅਮਰੀਕਾ ਦੀ ਇਮੀਗ੍ਰੇਸ਼ਨ, ਵੀਜ਼ਾ, ਫਲਾਣੇ ਵੀਜ਼ੇ, ਇਹਨਾਂ ਦਾ ਕਿੰਨਾ ਟਾਈਮ ਲੱਗ ਰਿਹਾ, ਕੋਈ ਜਵਾਬ ਨਹੀਂ ਹੈਗਾ। ਵੈਟਿੰਗ ਹੋ ਰਹੀ ਹੈ, ਐਕਸਟਰਾ ਵੈਟਿੰਗ, ਐਕਸਟਰਾ ਸਿਸਟਮ ਚੱਲ ਰਹੇ ਨੇ। ਟਾਈਮ ਜਿੰਨਾ ਵੀ ਲੱਗੇ, ਜਦੋਂ ਤੁਹਾਨੂੰ ਗ੍ਰੀਨ ਕਾਰਡ ਮਿਲ ਰਿਹਾ, ਤੁਹਾਨੂੰ ਕੀ ਚਾਹੀਦਾ, ਉਹ ਟਾਈਮ ਨਹੀਂ ਲੱਗਣਾ ਜੋ EB3 ਵਾਲਿਆਂ ਨੂੰ ਜਾਂ ਦੂਜੇ ਵਰਕ ਵੀਜ਼ੇ ਵਾਲਿਆਂ ਨੂੰ ਲੱਗਦਾ। ਥੈਂਕ ਯੂ ਸੋ ਮਚ। ਚੈਨਲ ਨੂੰ ਪਲੀਜ਼ ਫੋਲੋ ਕਰ ਲੈਣਾ।